ਸਤਿ ਸ੍ਰੀ ਅਕਾਲ ਜੀ। ਅੱਜ ਇੱਕ ਬੜੇ ਕਮਾਲ ਦੇ ਸਵਾਲ ਤੇ ਗੱਲ ਕਰਾਂਗੇ। ਸੋਚੋ, ਜਦੋਂ ਕੋਈ ਚੀਜ਼ ਖਰੀਦੀ ਜਾਂਦੀ ਹੈ ਤਾਂ ਉਹ ਕਾਨੂੰਨੀ ਤੌਰ ਤੇ ਖਰੀਦਦਾਰ ਦੀ ਕਦੋਂ ਬਣਦੀ ਹੈ? ਇਹ ਸਿਰਫ ਕਿਤਾਬੀ ਗੱਲ ਨਹੀਂ ਹੈ, ਬਲਕਿ ਇਸ ਦੇ ਅਸਲ ਜ਼ਿੰਦਗੀ ਵਿੱਚ ਬੜੇ ਵੱਡੇ ਮਤਲਬ ਨੇ। ਤਾਂ ਚਲੋ ਸ਼ੁਰੂ ਕਰਦੇ ਹਾਂ। 1 ਮਿੰਟ ਲਈ ਸੋਚੋ। ਕਿਸੇ ਨੇ ਆਨਲਾਈਨ ਕੁਝ ਆਰਡਰ ਕੀਤਾ, ਪੈਸੇ ਵੀ ਦੇ ਦਿੱਤੇ, ਪਰ ਸ਼ਿਪ ਹੋਣ ਤੋਂ ਪਹਿਲੇ ਹੀ ਗੋਦਾਮ 'ਚ ਅੱਗ ਲੱਗ ਗਈ ਤੇ ਸਾਰਾ ਸਮਾਨ ਸੜ ਗਿਆ। ਹੁਣ ਸਵਾਲ ਇਹ ਹੈ ਕਿ ਨੁਕਸਾਨ ਕੌਣ ਭਰੇਗਾ, ਖਰੀਦਦਾਰ ਜਾਂ ਵੇਚਣ ਵਾਲਾ? ਇਹ ਇੱਕ ਐਸੀ ਸਥਿਤੀ ਹੈ ਜਿਸ ਵਿੱਚ ਕੋਈ ਵੀ ਨਹੀਂ ਫਸਣਾ ਚਾਹੁੰਦਾ, ਪਰ ਇਸ ਦਾ ਜਵਾਬ ਹੈਗਾ ਵਾ। ਤੇ ਇਸ ਸਵਾਲ ਦਾ ਜਵਾਬ ਛੁਪਿਆ ਹੋਇਆ ਏ ਇੱਕ ਬਹੁਤ ਹੀ ਖਾਸ ਕਾਨੂੰਨੀ ਪਲ ਵਿੱਚ, ਜਿਸ ਨੂੰ ਕਹਿੰਦੇ ਨੇ ਜਾਇਦਾਦ ਦਾ ਤਬਾਦਲਾ। ਇਹ ਉਹ ਇੱਕ ਖਾਸ ਮੌਕਾ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਮਾਲਕੀ ਯਾਨੀ ਕਿ ਓਨਰਸ਼ਿਪ ਵੇਚਣ ਵਾਲੇ ਤੋਂ ਖਰੀਦਦਾਰ ਦੇ ਨਾਂ ਹੋ ਜਾਂਦੀ ਏ। ਤੇ ਇਸ ਪਲ ਨੂੰ ਸਮਝਣਾ ਹੀ ਸਭ ਤੋਂ ਜ਼ਰੂਰੀ ਹੈ, ਇਹ ਜਾਣਨ ਲਈ ਕਿ ਨੁਕਸਾਨ ਦਾ ਖਤਰਾ ਕਿਸ ਸਿਰ ਹੋਵੇਗਾ। ਤਾਂ ਫਿਰ ਆਓ ਆਪਣੀ ਪਹਿਲੀ ਪਹੇਲੀ ਵੱਲ ਚਲਦੇ ਹਾਂ। ਇਹ ਪਹੇਲੀ ਹੈ ਅਣਪਛਾਤੇ ਸਮਾਨ ਦੀ। ਇਹ ਸਥਿਤੀ ਉਦੋਂ ਬਣਦੀ ਹੈ ਜਦੋਂ ਕੋਈ ਅਜਿਹਾ ਸਮਾਨ ਖਰੀਦਿਆ ਜਾਵੇ ਜਿਹੜਾ ਅਜੇ ਕਿਸੇ ਵੱਡੇ ਸਟਾਕ ਵਿੱਚੋਂ ਕੱਢ ਕੇ ਵੱਖਰਾ ਨਾ ਕੀਤਾ ਗਿਆ ਹੋਵੇ। ਚਲੋ ਦੇਖਦੇ ਹਾਂ ਕਿ ਇਸ ਕੇਸ ਵਿੱਚ ਮਾਲਕੀ ਕਦੋਂ ਟ੍ਰਾਂਸਫਰ ਹੁੰਦੀ ਹੈ। ਕਾਨੂੰਨੀ ਭਾਸ਼ਾ ਵਿੱਚ ਇਸ ਨੂੰ ਕਹਿੰਦੇ ਨੇ ਅਨਅਸਰਟੇਨਡ ਗੁੱਡਸ। ਸੌਖੇ ਸ਼ਬਦਾਂ 'ਚ ਇਸ ਦਾ ਮਤਲਬ ਇਹ ਹੈ ਕਿ ਕਿਸੇ ਨੇ ਆਮ ਜਿਹਾ ਵੇਰਵਾ ਦੇ ਕੇ ਕੁਝ ਖਰੀਦਿਆ, ਜਿਵੇਂ ਮੈਨੂੰ 100 ਕਿਲੋ ਕਣਕ ਚਾਹੀਦੀ ਹੈ ਜਾਂ ਇੱਕ ਨੀਲੇ ਰੰਗ ਦੀ ਕਮੀਜ਼, ਪਰ ਵੇਚਣ ਵਾਲੇ ਨੇ ਅਜੇ ਤੱਕ ਉਹ ਖਾਸ 100 ਕਿਲੋ ਕਣਕ ਜਾਂ ਉਹ ਖਾਸ ਨੀਲੀ ਕਮੀਜ਼ ਗਾਹਕ ਲਈ ਵੱਖਰੀ ਕਰਕੇ ਨਹੀਂ ਰੱਖੀ। ਤਾਂ ਫਿਰ ਮਾਲਕੀ ਨੂੰ ਟ੍ਰਾਂਸਫਰ ਹੋਣ ਲਈ 2 ਕਦਮ ਚਾਹੀਦੇ ਨੇ। ਪਹਿਲਾ ਹੈ ਪਤਾ ਲਗਾਉਣਾ। ਇਹ ਵੇਚਣ ਵਾਲੇ ਦਾ ਕੰਮ ਹੈ, ਜਿੱਥੇ ਉਹ ਆਰਡਰ ਵਾਲਾ ਸਮਾਨ ਪਹਿਚਾਨ ਕੇ ਵੱਖਰਾ ਕਰ ਦਿੰਦਾ ਹੈ। ਪਰ ਗੱਲ ਇੱਥੇ ਖਤਮ ਨਹੀਂ ਹੁੰਦੀ। ਦੂਜਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ ਵਿਉਂਤਬੰਦੀ। ਇਹ ਸਿਰਫ ਵੇਚਣ ਵਾਲੇ ਦਾ ਕੰਮ ਨਹੀਂ, ਇਹ ਉਹ ਪਲ ਹੈ ਜਦੋਂ ਖਰੀਦਦਾਰ ਵੀ ਸਹਿਮਤ ਹੋ ਜਾਂਦਾ ਹੈ, ਚਾਹੇ ਬੋਲ ਕੇ ਜਾਂ ਬਿਨਾਂ ਬੋਲੇ, ਕਿ ਹਾਂ, ਇਹੀ ਉਹ ਸਮਾਨ ਹੈ ਜਿਸ ਦੀ ਗੱਲ ਹੋਈ ਸੀ, ਯਾਨੀ ਕਿ ਦੋਵਾਂ ਦੀ ਆਪਸੀ ਸਹਿਮਤੀ। ਇਸ ਨੂੰ ਇੱਕ ਮਸ਼ਹੂਰ ਕੇਸ ਨਾਲ ਸਮਝਦੇ ਹਾਂ। ਇੱਕ ਬੰਦੇ ਨੇ 20 ਪੀਪੇ ਖੰਡ ਦੇ ਖਰੀਦੇ। ਵੇਚਣ ਵਾਲੇ ਨੇ ਪੀਪੇ ਭਰ ਕੇ ਖਰੀਦਦਾਰ ਨੂੰ ਦੱਸ ਦਿੱਤਾ। ਖਰੀਦਦਾਰ ਨੇ ਕਿਹਾ, ਠੀਕ ਹੈ, ਮੈਂ ਆ ਕੇ ਲੈ ਜਾਵਾਂਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਹ ਅਜੇ ਲੈ ਕੇ ਨਹੀਂ ਗਿਆ, ਸਿਰਫ ਹਾਂ ਕੀਤੀ ਹੈ। ਬਸ ਇਸੇ ਪਲ, ਜਦੋਂ ਦੋਹਾਂ ਦੀ ਸਹਿਮਤੀ ਹੋ ਗਈ, ਮਾਲਕੀ ਖਰੀਦਦਾਰ ਦੇ ਨਾਂ ਹੋ ਗਈ। ਇਸ ਲਈ ਜਦੋਂ ਬਾਅਦ ਵਿੱਚ ਉਹ ਖੰਡ ਗੁੰਮ ਹੋ ਗਈ ਤਾਂ ਨੁਕਸਾਨ ਵੀ ਖਰੀਦਦਾਰ ਦਾ ਹੀ ਹੋਇਆ, ਵੇਚਣ ਵਾਲੇ ਦਾ ਨਹੀਂ। ਤਾਂ ਫਿਰ ਅੱਜ ਦੇ ਈ-ਕਾਮਰਸ ਦੇ ਜ਼ਮਾਨੇ ਵਿੱਚ ਇਹ ਵਿਉਂਤਬੰਦੀ ਵਾਲਾ ਪਲ ਕਦੋਂ ਆਉਂਦਾ ਹੈ? ਆਮ ਤੌਰ ਤੇ ਇਹ ਉਦੋਂ ਹੁੰਦਾ ਹੈ ਜਦੋਂ ਵੇਚਣ ਵਾਲਾ ਪੈਕੇਜ ਕਿਸੇ ਡਿਲੀਵਰੀ ਕੰਪਨੀ ਯਾਨੀ ਕੈਰੀਅਰ ਨੂੰ ਦੇ ਦਿੰਦਾ ਹੈ। ਬਸ ਉਸੇ ਵੇਲੇ ਇਹ ਮੰਨ ਲਿਆ ਜਾਂਦਾ ਹੈ ਕਿ ਸਮਾਨ ਪੱਕਾ ਹੋ ਗਿਆ ਹੈ ਤੇ ਮਾਲਕੀ ਅਕਸਰ ਖਰੀਦਦਾਰ ਨੂੰ ਟ੍ਰਾਂਸਫਰ ਹੋ ਜਾਂਦੀ ਹੈ। ਚਲੋ ਹੁਣ ਦੂਜੀ ਪਹੇਲੀ ਦੇਖਦੇ ਹਾਂ। ਇਹ ਇੱਕ ਬਹੁਤ ਹੀ ਆਮ ਤਰੀਕਾ ਹੈ ਜਿਸ ਨੂੰ ਖਰੀਦਣ ਤੋਂ ਪਹਿਲਾਂ ਪਰਖੋ ਦਾ ਨਿਯਮ ਕਹਿ ਸਕਦੇ ਹਾਂ। ਇਸ ਵਿੱਚ ਗਾਹਕ ਨੂੰ ਸਾਮਾਨ ਰੱਖਣ ਜਾਂ ਵਾਪਸ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਨੂੰ ਪ੍ਰਵਾਨਗੀ ਤੇ ਸਾਮਾਨ ਜਾਂ ਵਿਕਰੀ ਜਾਂ ਵਾਪਸੀ ਤੇ ਵੀ ਕਹਿੰਦੇ ਨੇ। ਤਾਂ ਇਸ ਸਿਸਟਮ ਵਿੱਚ ਕੀ ਹੁੰਦਾ ਹੈ, ਜਦੋਂ ਸਮਾਨ ਗਾਹਕ ਨੂੰ ਭੇਜਿਆ ਜਾਂਦਾ ਨਾ, ਤਾਂ ਮਾਲਕੀ ਅਤੇ ਨੁਕਸਾਨ ਦਾ ਖਤਰਾ ਦੋਵੇਂ ਚੀਜ਼ਾਂ ਸ਼ੁਰੂ ਵਿੱਚ ਵੇਚਣ ਵਾਲੇ ਕੋਲ ਹੀ ਰਹਿੰਦੀਆਂ ਨੇ। ਸੇਲ ਉਦੋਂ ਤੱਕ ਪੱਕੀ ਨਹੀਂ ਹੁੰਦੀ ਜਦੋਂ ਤੱਕ ਗਾਹਕ ਉਸ ਨੂੰ ਸਵੀਕਾਰ ਨਾ ਕਰ ਲਵੇ। ਤਾਂ ਸਵਾਲ ਇਹ ਹੈ ਕਿ ਉਹ ਕਿਹੜੇ ਮੌਕੇ ਨੇ ਜਦੋਂ ਇਹ ਸੌਦਾ ਪੱਕਾ ਹੋ ਜਾਂਦਾ ਹੈ? ਅਸਲ ਵਿੱਚ 3 ਮੁੱਖ ਕਾਰਨ ਜਾਂ ਟ੍ਰਿਗਰ ਨੇ ਜਿਹੜੇ ਮਾਲਕੀ ਨੂੰ ਵੇਚਣ ਵਾਲੇ ਤੋਂ ਖਰੀਦਦਾਰ ਵੱਲ ਟ੍ਰਾਂਸਫਰ ਕਰ ਦਿੰਦੇ ਨੇ। ਪਹਿਲਾ ਅਤੇ ਸਭ ਤੋਂ ਸਿੱਧਾ ਤਰੀਕਾ, ਜਦੋਂ ਖਰੀਦਦਾਰ ਸਾਫ਼-ਸਾਫ਼ ਵੇਚਣ ਵਾਲੇ ਨੂੰ ਦੱਸ ਦੇਵੇ ਕਿ ਹਾਂ, ਮੈਂ ਇਹ ਸਮਾਨ ਰੱਖ ਰਿਹਾ ਹਾਂ। ਇਹ ਇੱਕ ਈਮੇਲ ਹੋ ਸਕਦੀ ਹੈ, ਇੱਕ ਫੋਨ ਕਾਲ ਜਾਂ ਕੋਈ ਵੀ ਹੋਰ ਤਰੀਕਾ। ਮਿਸਾਲ ਦੇ ਤੌਰ ਤੇ, ਕਿਸੇ ਨੂੰ 21 ਦਿਨਾਂ ਦੀ ਪਰਖ ਲਈ ਸਾੜੀਆਂ ਮਿਲੀਆਂ, ਪਰ ਉਸਨੇ 15ਵੇਂ ਦਿਨ ਹੀ ਚਿੱਠੀ ਭੇਜ ਦਿੱਤੀ ਕਿ ਮੈਨੂੰ ਇਹ ਪਸੰਦ ਨੇ। ਬਸ ਵਿਕਰੀ ਉਸੇ 15ਵੇਂ ਦਿਨ ਹੀ ਪੱਕੀ ਹੋ ਗਈ, ਭਾਵੇਂ 21 ਦਿਨਾਂ ਦਾ ਸਮਾਂ ਅਜੇ ਬਾਕੀ ਸੀ। ਦੂਜਾ ਕਾਰਨ ਸ਼ਬਦਾਂ ਦਾ ਨਹੀਂ, ਸਗੋਂ ਕੰਮਾਂ ਦਾ ਹੈ। ਜੇ ਖਰੀਦਦਾਰ ਸਮਾਨ ਨਾਲ ਕੋਈ ਐਸਾ ਕੰਮ ਕਰਦਾ ਹੈ ਜੋ ਸਿਰਫ ਮਾਲਕ ਹੀ ਕਰ ਸਕਦਾ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸਨੇ ਸੌਦਾ ਅਪਣਾ ਲਿਆ ਹੈ, ਯਾਨੀ ਕਿ ਸਵੀਕਾਰ ਕਰ ਲਿਆ ਹੈ। ਇਸ ਦੀਆਂ ਕੁਝ ਵਧੀਆ ਮਿਸਾਲਾਂ ਨੇ, ਜਿਵੇਂ ਕੋਈ ਬਿਲਡਰ ਪਰਖ ਲਈ ਮਿਲਿਆ ਸੀਮੈਂਟ ਆਪਣੇ ਕੰਮ 'ਚ ਵਰਤ ਲਵੇ, ਹੁਣ ਉਹ ਵਾਪਸ ਤਾਂ ਕਰ ਨਹੀਂ ਸਕਦਾ, ਤਾਂ ਸੇਲ ਪੱਕੀ ਹੋ ਗਈ। ਜਾਂ ਕੋਈ ਵਪਾਰੀ ਪਰਖ ਲਈ ਮਿਲਿਆ ਸਮਾਨ ਅੱਗੇ ਕਿਸੇ ਹੋਰ ਨੂੰ ਵੇਚ ਦੇਵੇ, ਜਾਂ ਫਿਰ
ਕੋਈ ਪਰਖ ਲਈ ਮਿਲੇ ਗਹਿਣੇ ਕਿਸੇ ਕੋਲ ਗਿਰਵੀ ਰੱਖ ਦੇਵੇ। ਇਹ ਸਾਰੇ ਕੰਮ ਦੱਸਦੇ ਨੇ ਕਿ ਸੌਦਾ ਮਨਜ਼ੂਰ ਹੈ। ਤੇ ਤੀਜਾ ਕਾਰਨ ਹੈ ਕੁਝ ਵੀ ਨਾ ਕਰਨਾ। ਹਾਂ ਬਿਲਕੁਲ, ਜੇਕਰ ਖਰੀਦਾਰ ਦਿੱਤੇ ਗਏ ਸਮੇਂ ਦੇ ਅੰਦਰ ਸਮਾਨ ਵਾਪਸ ਨਹੀਂ ਕਰਦਾ ਜਾਂ ਜੇ ਕੋਈ ਸਮਾਂ ਤੈਅ ਨਹੀਂ ਹੈ ਤਾਂ ਇੱਕ ਵਾਜਬ ਸਮੇਂ ਤੱਕ ਵੀ ਵਾਪਸ ਨਹੀਂ ਕਰਦਾ ਤਾਂ ਉਸ ਦੀ ਚੁੱਪ ਨੂੰ ਹੀ ਹਾਂ ਮੰਨ ਲਿਆ ਜਾਂਦਾ ਹੈ। ਸਮੇਂ ਦੀ ਗੱਲ 2 ਕੇਸਾਂ ਤੋਂ ਬਹੁਤ ਵਧੀਆ ਸਮਝ ਆਉਂਦੀ ਹੈ। ਪਹਿਲਾਂ ਦੇਖੋ, ਇੱਕ ਘੋੜਾ 8 ਦਿਨਾਂ ਲਈ ਵਿਕਰੀਆਂ ਵਾਪਸੀ ਤੇ ਦਿੱਤਾ ਗਿਆ, ਪਰ ਉਹ 7ਵੇਂ ਦਿਨ ਹੀ ਮਰ ਗਿਆ ਕਿਉਂਕਿ 8 ਦਿਨਾਂ ਦਾ ਸਮਾਂ ਪੂਰਾ ਨਹੀਂ ਹੋਇਆ ਸੀ। ਮਾਲਕੀ ਵੇਚਣ ਵਾਲੇ ਦੀ ਹੀ ਸੀ, ਇਸ ਲਈ ਨੁਕਸਾਨ ਵੀ ਉਸੇ ਦਾ ਹੋਇਆ। ਹੁਣ ਦੂਜਾ ਕੇਸ ਦੇਖੋ, ਇੱਕ ਨਗਰਪਾਲਿਕਾ ਨੇ 1.5 ਮਹੀਨਾ ਟਰੈਕਟਰ ਵਰਤਿਆ ਤੇ ਫਿਰ ਵਾਪਸ ਕਰਨ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ ਕਿਹਾ ਬਹੁਤ ਦੇਰ ਹੋ ਗਈ, ਇਹ ਵਾਜਬ ਸਮੇਂ ਤੋਂ ਕਿਤੇ ਵੱਧ ਹੈ, ਇਸ ਲਈ ਮਾਲਕੀ ਪਹਿਲਾਂ ਹੀ ਟ੍ਰਾਂਸਫਰ ਹੋ ਚੁੱਕੀ ਸੀ। ਤਾਂ ਇਹਨਾਂ ਸਾਰੀਆਂ ਪਹੇਲੀਆਂ ਤੇ ਨਿਯਮਾਂ ਦਾ ਅਸਲ ਮਤਲਬ ਕੀ ਨਿਕਲਿਆ? ਸਾਰੀ ਗੱਲ ਘੁੰਮ ਫਿਰ ਕੇ ਇੱਕ ਸ਼ਬਦ ਤੇ ਆਉਂਦੀ ਏ, ਜੋਖਮ, ਯਾਨੀ ਕਿ ਰਿਸਕ। ਦੇਖੋ, ਅਸਲ ਵਿੱਚ ਇਹ ਜਾਣਨਾ ਕਿ ਜਾਇਦਾਦ ਕਦੋਂ ਟ੍ਰਾਂਸਫਰ ਹੁੰਦੀ ਹੈ, ਇਸ ਦਾ ਸਿੱਧਾ ਮਤਲਬ ਇਹ ਜਾਣਨਾ ਹੈ ਕਿ ਜੋਖਮ ਕਦੋਂ ਟ੍ਰਾਂਸਫਰ ਹੁੰਦਾ ਹੈ। ਇਹ ਸਾਰੀ ਕਹਾਣੀ ਇਸੇ ਗੱਲ ਦੀ ਹੈ ਕਿ ਜੇ ਕੁਝ ਗਲਤ ਹੋ ਜਾਵੇ ਤਾਂ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਜਿਸ ਪਲ ਮਾਲਕੀ ਬਦਲਦੀ ਹੈ, ਉਸੇ ਪਲ ਨੁਕਸਾਨ ਦਾ ਖਤਰਾ ਵੀ ਬਦਲ ਜਾਂਦਾ ਹੈ। ਤਾਂ ਚਲੋ ਸਾਰੀ ਗੱਲ ਨੂੰ ਇੱਕ ਵਾਰ ਫਿਰ ਤੋਂ ਦੁਹਰਾਈਏ। ਅਣਪਛਾਤੇ ਸਮਾਨ ਦੇ ਕੇਸ ਵਿੱਚ ਜੋਖਿਮ ਉਦੋਂ ਟ੍ਰਾਂਸਫਰ ਹੁੰਦਾ ਹੈ ਜਦੋਂ ਦੋਵਾਂ ਧਿਰਾਂ ਦੀ ਸਹਿਮਤੀ ਹੋ ਜਾਵੇ, ਅਤੇ ਜਦੋਂ ਸਮਾਨ ਪ੍ਰਵਾਨਗੀ ਤੇ ਹੋਵੇ ਤਾਂ ਜੋਖਿਮ 3 ਹਾਲਤਾਂ ਵਿੱਚ ਟ੍ਰਾਂਸਫਰ ਹੁੰਦਾ ਹੈ। ਜਾਂ ਤਾਂ ਖਰੀਦਦਾਰ ਹਾਂ ਕਰ ਦੇਵੇ, ਜਾਂ ਕੋਈ ਮਾਲਕਾਂ ਵਾਲਾ ਕੰਮ ਕਰੇ, ਜਾਂ ਫਿਰ ਦਿੱਤਾ ਹੋਇਆ ਸਮਾਂ ਲੰਘ ਜਾਵੇ। ਦੋਵਾਂ ਸਥਿਤੀਆਂ ਵਿੱਚ ਇੱਕ ਖਾਸ ਪਲ ਹੈ ਜਿਹੜਾ ਸਭ ਕੁਝ ਬਦਲ ਦਿੰਦਾ ਹੈ। ਤਾਂ ਫਿਰ ਅਗਲੀ ਵਾਰ ਜਦੋਂ ਕੋਈ ਖਰੀਦ-ਵੇਚ ਕੀਤੀ ਜਾਵੇ ਤਾਂ ਇਹ ਗੱਲ ਸੋਚਣ ਵਾਲੀ ਹੈ ਕਿ ਖਰੀਦਣ ਤੇ ਵੇਚਣ ਵਾਲਿਆਂ ਨੂੰ ਉਸ ਸਹੀ ਪਲ ਬਾਰੇ ਪਤਾ ਹੈ ਜਦੋਂ ਨੁਕਸਾਨ ਦਾ ਖਤਰਾ ਉਹਨਾਂ ਦੇ ਸਿਰ ਤੇ ਆ ਜਾਂਦਾ ਹੈ, ਕਿਉਂਕਿ ਇਸ ਇੱਕ ਪਲ ਦੀ ਜਾਣਕਾਰੀ ਦੋਵਾਂ ਧਿਰਾਂ ਨੂੰ ਕਿਸੇ ਵੱਡੇ ਅਚਾਨਕ ਨੁਕਸਾਨ ਤੋਂ ਬਚਾ ਸਕਦੀ ਹੈ।